ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖੋਜ ਗੁਰਬਾਣੀ ਦੇ ਵਿਚਾਰ ਵਿੱਚ ਆਪ ਸਭ ਦਾ ਸਵਾਗਤ ਹੈ। ਸਭ ਨੂੰ ਜੀ ਆਇਆਂ। ਅੱਜ ਦਾ ਵਿਚਾਰ ਕਰਦਿਆਂ ਮੇਰੇ ਕੋਲੋਂ ਅਨੇਕਾਂ ਭੁੱਲਾਂ ਹੋਣਗੀਆਂ, ਉਸ ਵਾਸਤੇ ਮੈਂ ਪਹਿਲਾਂ ਹੀ ਆਪ ਸਭ ਕੋਲੋਂ ਖਿਮਾ ਮੰਗਦੀ ਹਾਂ ਜੀ। ਅੱਜ ਦਾ ਵਿਚਾਰ ਜਪਜੀ ਸਾਹਿਬ ਦੀ ਤੀਜੀ ਪੌੜੀ ਹੈ। ਅਸੀਂ ਪਹਿਲਾਂ ਤੀਜੀ ਪੌੜੀ ਦਾ ਉਚਾਰਨ ਅਤੇ ਉਸ ਤੋਂ ਉਪਰੰਤ ਪੰਕਤੀਆਂ ਦੇ ਅਰਥ ਕਰਾਂਗੇ। ਗਾਵੇ ਕੋ ਤਾਣ ਹੋਵੇ ਕਿਸੇ ਤਾਣ, ਗਾਵੇ ਕੋ ਦਾਤ ਜਾਣੇ ਨਿਸ਼ਾਨ, ਗਾਵੇ ਕੋ ਗੁਣ ਵਡਿਆਈਆਂ ਚਾਰ, ਗਾਵੇ ਕੋ ਵਿਦਿਆ ਵਿਖਮ ਵਿਚਾਰ, ਗਾਵੇ ਕੋ ਸਾਜ ਕਰੇ ਤਨਖੇ, ਗਾਵੇ ਕੋ ਜੀ ਲੈ ਫਿਰਦੇ, ਗਾਵੇ ਕੋ ਜਾਪੇ ਦਿਸੈ ਦੂਰ, ਗਾਵੇ ਕੋ ਵੇਖੇ ਹਾਦਰਾ ਹਦੂਰ, ਕਥਨਾ ਕਥੀ ਨ ਆਵੈ ਤੋਟ, ਕਥ ਕਥ ਕਥੀ ਕੋਟੀ ਕੋਟ ਕੋਟ, ਦੇਦਾ ਦੇ ਲੈ ਦੇ ਥਕ ਪਾਏ, ਜੁਗਾ ਜਗੰਤਰ ਖਾਈ ਖਾਏ, ਹੁਕਮੀ ਹੁਕਮ ਚਲਾਏ ਰਾਓ, ਨਾਨਕ ਵਿਕਸੇ ਬੇਪਰਵਾਹ। ਇਸ ਪੌੜੀ ਵਿੱਚ ਗੁਰੂ ਜੀ ਇਸ਼ਾਰਾ ਕਰ ਰਹੇ ਹਨ ਕਿ ਉਸ ਪਰਮੇਸ਼ਰ ਬਾਰੇ ਸਾਡੀ ਜੁਗਾਂ ਜਗੰਤਰ ਤੋਂ ਚਲਦੀ ਆਈ ਕਥਨੀ ਸਦਾ ਦੀ ਅਧੂਰੀ ਹੈ। ਆਓ ਵੇਖੀਏ ਕਿਸ ਤਰ੍ਹਾਂ ਗੁਰੂ ਜੀ ਸਮਝਾ ਰਹੇ ਹਨ। ਗਾਵੇ ਕੋ ਤਾਣ ਹੋਵੇ ਕਿਸੇ ਤਾਣ। ਪਰਮੇਸ਼ਰ ਅਤੇ ਉਸ ਦਾ ਹੁਕਮ ਸਰਬ ਸ਼ਕਤੀਮਾਨ ਹੈ ਅਤੇ ਉਸ ਦੀ ਕਥਨੀ ਕਰਨਾ ਸਾਡੀ ਸਮਰੱਥਾ ਤੋਂ ਬਾਹਰ ਹੈ। ਗਾਵੇ ਕੋ ਦਾਤ ਜਾਣੇ ਨਿਸ਼ਾਨ। ਬਹੁਤ ਲੋਕ ਉਸ ਦੀਆਂ ਦਿੱਤੀਆਂ ਹੋਈਆਂ ਦਾਤਾਂ ਨੂੰ ਹੀ ਉਸ ਦੀ ਹੋਂਦ ਦੀ ਨਿਸ਼ਾਨੀ ਸਮਝਦੇ ਹਨ। ਗਾਵੇ ਕੋ ਗੁਣ ਵਡਿਆਈਆਂ ਚਾਰ। ਬਹੁਤ ਲੋਕ ਉਸ ਦੇ ਗਾਉਣ ਵਾਲੇ ਐਸੇ ਹਨ ਜੋ ਉਸ ਦੇ ਗੁਣਾਂ ਨੂੰ ਤੱਕ ਕੇ ਆਪਣੀ ਸ੍ਰਿਸ਼ਟੀ ਵਿੱਚ ਰੱਖ ਕੇ ਉਸ ਦੀ ਵਡਿਆਈ ਕਰਦੇ ਹਨ। ਗਾਵੇ ਕੋ ਵਿਦਿਆ ਵਿਖਮ ਚਾਰ। ਬਹੁਤ ਲੋਕ ਉਸ ਹੁਕਮੀ ਨੂੰ ਸੰਪੂਰਨ ਵਿਦਿਆ ਦਾ ਸਰੋਤ ਮੰਨ ਕੇ ਗਾਉਂਦੇ ਹਨ। ਗਾਵੇ ਕੋ ਸਾਜ ਕਰੇ ਤਨਖੇ। ਬਹੁਤ ਲੋਕ ਉਸ ਹੁਕਮੀ ਦਾ ਗਾਇਨ ਇਸ ਕਰਕੇ ਕਰਦੇ ਹਨ ਕਿ ਉਸ ਨੂੰ ਸਰੀਰ ਰੂਪੀ ਘਰ ਬਣਾਉਣ ਵਾਲਾ ਸਮਝਦੇ ਹਨ। ਗਾਵੇ ਕੋ ਜੀ ਲੈ ਫਿਰਦੇ। ਬਹੁਤ ਸ਼੍ਰੇਣੀ ਉਹਨਾਂ ਦੀ ਹੈ ਜੋ ਪ੍ਰਭੂ ਨੂੰ ਜੀ ਦਾਣ ਵਾਲਾ ਅਤੇ ਫਿਰ ਉਸ ਨੂੰ ਖੋਹ ਦੇਣ ਵਾਲਾ ਸਮਝਦੇ ਹਨ। ਗਾਵੇ ਕੋ ਜਾਪੇ ਦਿਸੇ ਦੂਰ, ਗਾਵੇ ਕੋ ਵੇਖੇ ਹਾਦਰਾ ਹਦੂਰ। ਇਸ ਸ਼੍ਰੇਣੀ ਵਿੱਚ ਕਈ ਐਸੇ ਹਨ ਜੋ ਪਰਮੇਸ਼ਰ ਨੂੰ ਦੂਰ ਕਿਤੇ ਅਰਸ਼ਾਂ ਵਿੱਚ ਰਹਿਣ ਵਾਲਾ ਮੰਨਦੇ ਹਨ ਅਤੇ ਕੋਈ ਐਸੇ ਹਨ ਜੋ ਉਸ ਨੂੰ ਹਾਦਰਾ ਹਦੂਰ ਮੰਨਦੇ ਹਨ, ਜਾਣੀ ਕਿ ਨੇੜੇ ਸਮਝਦੇ ਹਨ। ਕਥਨਾ ਕਥੀ ਨ ਆਵੇ ਤੋਟ। ਗੁਰੂ ਜੀ ਸਮਝਾਉਂਦੇ ਹਨ ਕਿ ਇਹ ਸਾਰੀ ਵੱਖ-ਵੱਖ ਤਰ੍ਹਾਂ ਦੀ ਕਥਨੀ ਹੈ ਅਤੇ ਕਥਨੀ ਕਰਨ ਵਾਲਿਆਂ ਦੀ ਕੋਈ ਤੋਟ ਜਾਂ ਕਮੀ ਨਹੀਂ ਹੈ। ਕਥ ਕਥ ਕਥੀ ਕੋਟੀ ਕੋਟ ਕੋਟ। ਪਰ ਇਹ ਸਾਰੀਆਂ ਦੀਆਂ ਸਾਰੀਆਂ ਕਥਨੀਆਂ ਸੰਪੂਰਨ ਨਹੀਂ ਹਨ ਅਤੇ ਸਾਨੂੰ ਮਾਇਆ ਜਾਲ ਵਿੱਚੋਂ ਕੱਢ ਦੇਣ ਵਿੱਚ ਨਾ ਪਹਿਲੋਂ ਸਫਲ ਸਨ ਨਾ ਹੁਣ ਸਫਲ ਹਨ। ਦੇਦਾ ਦੇ ਲੇਦੇ ਥਕ ਪਾਏ, ਜੁਗਾ ਜਗੰਤਰ ਖਾਈ ਖਾਏ। ਇਹ ਪੰਕਤੀ ਵਿੱਚ ਗੁਰੂ ਜੀ ਸਾਰ ਦੀ ਗੱਲ ਸ਼ੁਰੂ ਕਰਦੇ ਨੇ। ਉਹ ਹੁਕਮੀ ਦਾਤਾ ਹੈ ਅਤੇ ਜੁਗਾਂ ਜਗੰਤਰ ਤੋਂ ਸ੍ਰਿਸ਼ਟੀ ਦੇ ਜੀਵਾਂ ਦੀ ਸੰਭਾਲ ਕਰਦਾ ਆ ਰਿਹਾ ਹੈ। ਦਾਤਾ ਦੇਵਨਹਾਰ ਹੈ ਅਤੇ ਲੈਣ ਵਾਲੇ ਜੀਵ ਲੈ ਲੈ ਕੇ ਥੱਕ ਜਾਂਦੇ ਹਨ। ਹੁਕਮੀ ਹੁਕਮ ਚਲਾਏ ਰਾਹ, ਨਾਨਕ ਵਿਕਸੇ ਬੇਪਰਵਾਹ। ਜੀਵਾਂ ਦੀ ਸੰਭਾਲ ਤਾਂ ਪਰਮੇਸ਼ਰ ਕਰਦਾ ਹੀ ਹੈ, ਪਰ ਨਾਲ ਨਾਲ ਉਹਨਾਂ ਨੂੰ ਸਾਰੀ ਸ੍ਰਿਸ਼ਟੀ ਨੂੰ ਆਪਣੇ ਹੁਕਮ ਵਿੱਚ ਬੰਨ੍ਹ ਕੇ ਰੱਖਿਆ ਹੋਇਆ ਹੈ। ਉਹ ਬੇਪਰਵਾਹ ਹੈ ਅਤੇ ਹਮੇਸ਼ਾ ਖੇੜੇ ਵਿੱਚ ਹੈ। ਇਸ ਪੌੜੀ ਦੀ ਸਾਨੂੰ ਇਹ ਸਿੱਖ ਹੈ। ਇਹ ਸਾਡਾ ਹੁਕਮ ਵਿੱਚ ਚੱਲਣ ਦਾ ਪਹਿਲਾ ਪਾਠ ਹੈ। ਇੱਕ ਪਾਸੇ ਹੁਕਮ ਨੂੰ ਸਮਝ ਤੋਂ ਬਾਹਰ ਦੱਸਦੇ ਨੇ ਅਤੇ ਦੂਸਰੇ ਪਾਸੇ ਹੁਕਮ ਦੇ ਅਨੁਕੂਲ ਚੱਲਣ ਵਾਸਤੇ। ਇਹ ਕਿਸ ਤਰ੍ਹਾਂ ਹੋਵੇ? ਗਾਵੇ ਸ਼ਬਦ ਨੂੰ ਥੋੜ੍ਹੀ ਵਿਸਥਾਰ ਵਿੱਚ ਸਮਝਣਾ ਪਵੇਗਾ।
ਗਾਵੇ ਦਾ ਮਤਲਬ ਕੁਛ ਕਥਨ ਕਰਨਾ। ਗਾਵੇ ਦਾ ਇੱਕ ਮਤਲਬ ਗਾਇਕੀ ਵੀ ਹੈ, ਜਿਸ ਵਿੱਚ ਸੁਰ ਅਤੇ ਲੈਅ ਹੁੰਦੀ ਹੈ। ਇੱਥੇ ਗੁਰੂ ਜੀ ਤਰਕ ਅਤੇ ਸੁਰਤਾਂ ਦੇ ਅਰਥਾਂ ਵਿੱਚ ਗਾਵੇ ਸ਼ਬਦ ਦੀ ਵਰਤੋਂ ਕਰ ਰਹੇ ਹਨ। ਪਰਮੇਸ਼ਰ ਸਾਡੀ ਤਰਕ ਤੇ ਸਾਡੀ ਕਥਨੀ ਤੋਂ ਬਹੁਤ ਵੱਡਾ ਹੈ। ਆਪਣੀ ਤਰਕ ਸ਼ਕਤੀ ਦੀ ਹੋਂਦ ਨੂੰ ਸਮਝਣਾ ਲਾਜ਼ਮੀ ਹੈ। ਜਦ ਆਪਣੀ ਹੋਂਦ ਦੀ ਸੀਮਾ ਸਮਝ ਆਉਣ ਲੱਗਦੀ ਹੈ ਤਾਂ ਸ੍ਰਿਸ਼ਟੀ ਦੀ ਰਚਨਾ ਵੇਖ ਕੇ ਵਿਸਮਾਦ ਦੀ ਅਵਸਥਾ ਪੈਦਾ ਹੁੰਦੀ ਹੈ। ਵਿਸਮਾਦ ਤਰਕ ਨਹੀਂ, ਸ੍ਰਿਸ਼ਟੀ ਨਾਲ ਆਪਣੀ ਤਾਲਮੇਲ ਬਿਠਾਉਣ ਦੀ ਬੁਨਿਆਦ ਹੈ। ਹੁਕਮ ਸਾਡੇ ਅੰਦਰ ਸਾਡੇ ਮੂਲ ਦੇ ਰੂਪ ਵਿੱਚ ਬੈਠਾ ਹੈ ਅਤੇ ਉਸ ਦਾ ਸੁਭਾਅ ਸਹਿਜ ਤੇ ਆਨੰਦ ਹੈ ਤੇ ਉਸ ਤੱਕ ਵਿਸਮਾਦ ਦੀ ਪੌੜੀ ਤੋਂ ਪਹੁੰਚਿਆ ਜਾ ਸਕਦਾ ਹੈ। ਸੋ ਗਾਵੇ ਸ਼ਬਦ ਦੀ ਵਰਤੋਂ ਵਿੱਚ ਇਹ ਰਾਜ਼ ਲੁਕਿਆ ਲੱਗਦਾ ਹੈ ਕਿ ਤਰਕ ਦੀ ਆਪਣੀ ਥਾਂ ਹੈ, ਪਰ ਹੁਕਮ ਵਿੱਚ ਵੜਨ ਵਾਸਤੇ ਤਰਕ ਕਾਫੀ ਨਹੀਂ, ਬਲਕਿ ਅੜਚਨ ਹੈ। ਤਰਕ ਦੇ ਗਾਵੇ ਨੂੰ ਪਿੱਛੇ ਛੱਡ ਕੇ ਵਿਸਮਾਦੀ ਰਾਹ ਤੇ ਹੁਕਮ ਵਿੱਚ ਲੀਨ ਹੋਣਾ ਹੈ। ਇਸ ਤਰ੍ਹਾਂ ਗਾਵੇ ਦਾ ਮਤਲਬ ਹੁਕਮ ਨਾਲ ਸਦਭਾਵਨਾ ਪੈਦਾ ਵੀ ਕਰਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।